ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਜੁਗੋ ਜੁਗ ਅਟਲ ਚਬਰ ਸ਼ਬਦ ਤਖਤ ਦੇ ਮਾਲਕ ਗੁਰ ਤਗਦੀ ਤੇ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ, ਬੜੇ ਹੀ ਵੱਡੀਆਂ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਹੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠ ਕੇ ਜਿੱਥੇ ਗੁਰਬਾਣੀ ਕੀਰਤਨ ਸਰਵਣ ਕਰਦੇ ਹੋ, ਨਾਲ ਹੀ ਗੁਰ ਇਤਿਹਾਸ ਦੀ ਕਥਾ ਸਰਵਣ ਕਰਦੇ ਹੋ। ਮੇਰੇ ਤੋਂ ਪਹਿਲਾਂ ਆਪ ਜੀਆਂ ਨੇ ਬੜੇ ਹੀ ਸਤਿਕਾਰ ਦੇ ਨਾਲ ਗੁਰੂ ਪਿਆਰਿਆਂ ਪਾਸੋਂ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੋ ਆਓ ਹੁਣ ਜਿਤਨਾ ਵੀ ਸਮਾਂ ਆਪ ਜੀਆਂ ਦੇ ਨਾਲ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਨ ਦਾ ਪ੍ਰਾਪਤ ਹੋਇਆ ਹੈ, ਉਤਨਾ ਸਮਾਂ ਆਪ ਸਭ ਸੰਗਤਾਂ ਦੀ ਸੇਵਾ ਕਰਾਂਗੇ ਜੀ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾ ਲਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਸਭ ਸੰਗਤਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਵਿਚਾਰਾਂ ਸਰਵਣ ਕੀਤੀਆਂ ਸਨ ਕਿ ਕਿਸ ਤਰ੍ਹਾਂ
ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਜਨਮ ਪੱਤਰੀ ਸੀ ਕਿਸ ਤਰ੍ਹਾਂ ਆਦਰ ਸਤਿਕਾਰ ਦੇ ਨਾਲ ਆਪਣੇ ਸੀਸ ਨਾਲ ਲਗਾਇਆ, ਤੇ ਬਾਅਦ ਦੇ ਵਿੱਚ ਜਿਹੜੇ ਪਿਆਰੇ ਸਿੱਖ ਉਹ ਜਨਮ ਪੱਤਰੀ ਲੈ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਏ ਸਨ, ਇਹਨਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਜੋ ਉਹਨਾਂ ਨੂੰ ਬਖਸ਼ਿਸ਼ ਕੀਤੀ, ਦਾਤ ਬਖਸ਼ਿਸ਼ ਕੀਤੀ ਕਿ ਤੁਹਾਡੇ ਹਿਰਦੇ ਦੇ ਵਿੱਚੋਂ ਕਦੇ ਵੀ ਪਰਮਾਤਮਾ, ਕਦੇ ਵੀ ਉਹ ਦਾਤਾਰ ਅਕਾਲ ਪ੍ਰਭੂ ਪਰਮਾਤਮਾ ਨਾ ਵਿਸਰੇ। ਤੇ ਨਾਲ ਹੀ ਵਚਨ ਆਪਕੇ ਸਨ ਕਿ ਤੁਸੀਂ ਇਹ ਜਨਮ ਪੱਤਰੀ ਸਾਡੇ ਤੱਕ ਪਹੁੰਚਾ ਕੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਹੀ ਕਰਵਾਏ ਹਨ। ਤੇ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਦੋਂ ਉਸ ਪੱਤਰੀ ਦੇ ਦਰਸ਼ਨ ਕਰਦੇ ਨੇ ਤਾਂ ਦੇਖਦੇ ਨੇ ਕਿ ਉਸ ਪੱਤਰੀ ਦਾ ਜੋ ਰਚਨਾ, ਜੋ ਭਾਸ਼ਾ ਵਰਤੀ ਹੈ, ਉਹ ਸੰਸਕ੍ਰਿਤ ਭਾਸ਼ਾ, ਦੇਵਨਾਗਰੀ ਭਾਸ਼ਾ ਦੇ ਦੇਵਨਾਗਰੀ ਦੇ ਅੱਖਰ ਨੇ। ਤੇ ਗੁਰੂ ਸਾਹਿਬ ਜੀ ਫਿਰ ਆਖਦੇ ਨੇ ਕਿ ਇਸ ਭਾਸ਼ਾ ਨੂੰ ਗਿਆਨ ਰੱਖਣ ਵਾਲਾ, ਭਾਸ਼ਾ ਨੂੰ ਸਮਝਣ ਵਾਲਾ ਕੋਈ ਮਨੁੱਖ ਹੈ, ਉਹੀ ਮਨੁੱਖ ਸਾਨੂੰ ਇਸ ਦੀ ਵਿਚਾਰ ਕਰਕੇ ਦੱਸ ਸਕਦਾ ਹੈ। ਤਾਂ ਸੰਗਤ ਦੇ ਵਿੱਚੋਂ ਹੀ ਇੱਕ ਮਹਿਮਾ ਖਹਿਰਾ ਨਾਮ ਦੇ ਪਿਆਰੇ ਸਿੱਖ ਨੇ ਗੁਰੂ ਅੰਗਦ ਸਾਹਿਬ ਜੀ ਪਾਸ ਬੇਨਤੀ ਕੀਤੀ ਸੀ, ਗੁਰੂ ਸਾਹਿਬ ਜੀ ਨੂੰ ਦੱਸਣਾ ਕੀਤਾ ਸੀ ਕਿ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪਿਆਰਾ ਸਿੱਖ ਜਿਸ ਦਾ ਨਾਮ ਪੈੜਾ ਮੋਖਾ ਹੈ, ਉਹ ਦੋਨਾਂ ਭਾਸ਼ਾਵਾਂ ਦਾ ਗਿਆਤਾ ਹੈ ਤੇ ਨਾਲ ਹੀ ਨਾਲ ਉਹ ਇਸ ਸੰਸਕ੍ਰਿਤ ਨੂੰ ਗੁਰਮੁਖੀ ਦੇ ਵਿੱਚ ਵੀ ਤਬਦੀਲ ਕਰ ਦੇਵੇਗਾ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਮਨ ਦੀ ਇੱਛਾ ਸੀ ਕਿ ਇਹ ਜਨਮ ਪੱਤਰੀ ਦਾ ਜਿਹੜਾ ਉਤਾਰਾ ਹੈ ਇੱਕ ਗੁਰਮੁਖੀ ਲਿਪੀ ਦੇ ਵਿੱਚ ਵੀ ਹੋਵੇ, ਤਾਂ ਜੋ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਇਤਿਹਾਸ ਤੋਂ ਜਾਣੂ ਹੋ ਸਕਣ। ਤੇ ਇਸੇ ਤਰ੍ਹਾਂ ਜਦੋਂ ਭਾਈ ਪੈੜਾ ਮੋਖਾ ਜੀ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਕੇ ਉਸ ਜਨਮ ਪੱਤਰੀ ਨੂੰ ਪੜ੍ਹਨ ਦਾ ਯਤਨ ਕਰਦੇ ਨੇ, ਤੇ ਨਾਲ ਹੀ ਨਾਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸ ਜਨਮ ਪੱਤਰੀ ਦਾ ਉਤਾਰਾ ਗੁਰਮੁਖੀ ਲਿਪੀ ਦੇ ਵਿੱਚ, ਗੁਰਮੁਖੀ ਭਾਸ਼ਾ ਦੇ ਵਿੱਚ ਕਰਾਉਂਦੇ ਨੇ। ਤੇ ਜਿਸ ਤਰ੍ਹਾਂ ਹੀ ਉਸ ਜਨਮ ਪੱਤਰੀ ਦੀ ਵਿਚਾਰ ਹੁੰਦੀ, ਭਾਈ ਪੈੜਾ ਮੋਖਾ ਜੀ ਜਿਸ ਤਰ੍ਹਾਂ ਸੰਗਤਾਂ ਨੂੰ ਸਮਝਾਉਣਾ ਕਰਦੇ ਨੇ, ਇਸੇ ਤਰ੍ਹਾਂ ਦੀਵਾਨ ਦੇ ਵਿੱਚ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਕਵੀ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਉਸ ਸੰਗਤ ਦੇ ਵਿੱਚ ਕੁਝ ਕੁ ਪਿਆਰੇ ਸਿੱਖ ਵੀ ਜਿਹੜੇ ਨੇ ਉਹ ਰੋਜ਼ਾਨਾ ਹਾਜ਼ਰੀ ਭਰ ਕੇ ਕਥਾ ਸਰਵਣ ਕਰਦੇ ਨੇ, ਜਿਨ੍ਹਾਂ ਦੇ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ ਦਾ ਜ਼ਿਕਰ ਆਇਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਜ਼ਿਕਰ ਆਇਆ, ਤੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਲਾਂਗਰੀ ਸਿੱਖ ਹੈ, ਜਿਸ ਦਾ ਇਤਿਹਾਸ ਦੇ ਵਿੱਚ ਭਾਈ ਜੀਵਾ ਨਾਮ ਕਰਕੇ ਜ਼ਿਕਰ ਆਇਆ, ਪਾਰੋ ਜੁਲਕਾ ਜੀ, ਹੋਰ ਅਨੇਕਾਂ ਹੀ ਸਿੱਖ ਸੰਗਤਾਂ ਉਸ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੇ ਇਤਿਹਾਸ ਤੋਂ ਜਾਣੂ ਹੁੰਦੀਆਂ। ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਿਰ ਉਸ ਰਚਨਾ ਨੂੰ ਗੁਰਮੁਖੀ ਦੇ ਵਿੱਚ ਉਤਾਰਾ ਕਰਦੇ ਆ, ਗੁਰਮੁਖੀ ਦੇ ਵਿੱਚ ਉਤਾਰਾ ਕਰਦੇ ਨੇ ਤਾਂ ਜੋ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਉਸ ਨੂੰ ਪੜ੍ਹ ਸਕਣ ਤੇ ਉਸ ਨੂੰ ਸਮਝ ਸਕਣ। ਕਿਉਂਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਹੀ ਬਚਨ ਕੀਤੇ ਸਨ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਗੱਲ ਦਾ ਪੁਰਜ਼ੋਰ ਪ੍ਰਚਾਰ ਕੀਤਾ ਸੀ ਕਿ ਕੋਈ ਵੀ ਮਨੁੱਖ ਆਪਣੀ ਮਾਤ ਭਾਸ਼ਾ ਦੇ ਵਿੱਚ ਜਦੋਂ ਗਿਆਨ ਹਾਸਲ ਕਰਦਾ ਹੈ ਤਾਂ ਉਸ ਨੂੰ ਉਸ ਗੱਲ ਦੀ ਜਾਣਕਾਰੀ ਸੌਖੇ ਤਰੀਕੇ ਦੇ ਨਾਲ ਸਮਝ ਆ ਜਾਂਦੀ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੁਰਮੁਖੀ ਲਿਪੀ ਦੇ ਵਿੱਚ ਆਪਣੀ ਬਾਣੀ ਉਚਾਰਨ ਕੀਤੀ ਸੀ। ਪਿਛਲੇ ਦੀਵਾਨਾਂ ਵਿੱਚ ਅਸੀਂ ਦੂਜੇ ਅਧਿਆਇ ਦੀ ਸਮਾਪਤੀ ਕੀਤੀ ਸੀ। ਅੱਜ ਦੇ ਇਸ ਦੀਵਾਨਾਂ ਦੇ ਵਿੱਚ ਅਸੀਂ ਤੀਸਰੇ ਅਧਿਆਇ ਦਾ ਜੋ ਵਿਚਾਰ ਹੈ ਉਹ ਆਰੰਭ ਕਰਾਂਗੇ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਦੇ ਬਾਬਤ ਵਿਚਾਰ ਕੀਤੀ ਗਈ ਹੈ, ਭਾਈ ਬਾਲਾ ਜੀ ਦੇ ਸਰੂਪ ਦੇ ਬਾਬਤ ਵਿਚਾਰ ਕੀਤੀ ਗਈ ਹੈ, ਤੇ ਨਾਲ ਹੀ ਨਾਲ ਕਿਸ ਤਰ੍ਹਾਂ ਧਰਤੀ ਪੁਕਾਰ ਕਰਦੀ ਉਸ ਪਰਮਾਤਮਾ ਦੇ ਅੱਗੇ ਕਿ ਧਰਤੀ ਦਾ ਵਰਤਾਂਤ ਕਿਹੋ ਜਿਹਾ ਸੀ, ਜਨਮ ਤੋਂ ਪਹਿਲਾਂ ਕਿਹੋ ਜਿਹੇ ਹਾਲਾਤ ਸਨ, ਉਹ ਸਾਰੀਆਂ ਘਟਨਾਵਾਂ ਦਾ ਵਰਣਨ ਕਵੀ ਜੀ ਨੇ ਇਸ ਤੀਸਰੇ ਅਧਿਆਇ ਦੇ ਵਿੱਚ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਕਵਿਤ ਦੇ ਵਿੱਚ ਕਵੀ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਉਪਮਾ ਕਰਦੇ ਨੇ। ਕਵਿਤ ਕੋਈ ਕਬ ਉਪਮਾ ਸੋ ਦੇਖ ਪਰ ਜਾਤ ਪਗ ਕੋ ਕਹੇ ਗੁਰੂ ਪਗ ਕਮਲ ਅਮਲ ਹੈ। ਇੱਥੇ ਕਵੀ ਜੀ ਆਖਦੇ ਨੇ
कि कोई कवि गुरु जी के चरणों की उपमा करदे कहता है कि गुरु साहब जी के चरण एक कल्प वृक्ष के वांग ने, ते कोई लिखता है कि गुरु साहब जी के चरण कमल के वांग ने, कि जिस तरह कमल छप्पड़ दे विच चिक्कड़ दे विच उगदा है, चिक्कड़ दे विच जमदा है, ते उस चिक्कड़ दे विच रहिंदिआं भी वो चिक्कड़ दा प्रभाव उस कमल दे उत्ते नहीं पैंदा, भाव उस चिक्कड़ तो निर्लेप रहिंदा है। कई कवि इस तरह गुरु नानक साहब जी महाराज जी के चरणों की उपमा करते हैं ते आखदे ने कि धन गुरु नानक साहब जी महाराज जी के चरण भी कमल के वांग ने, भाव माया तो निर्लेप ने, उन्होंने उत्ते माया का कोई प्रभाव नहीं पैंदा। जो पर जात ना चिंतन गत दान नाही, अमल कमल रैन विखे मुख मिल है। पर कवि जी कहते कि पर उन्हां कवियां नूं इस गल का ज्ञान नहीं, इस गल का पता नहीं कि कल्प वृक्ष ते कमल दा फुल ना तां ते तन हन, ना ही उन्होंने किसी तरह का ज्ञान है, ते ना ही वो कल्प वृक्ष ते कमल दा फुल किसी नूं मुक्ति देण वाले ने। अमल कमल रैन विखे मुख मिल है। ते इसे तरह अगे कवि जी वर्णन करते ने, वह तो सहचेत देत कामना भगत निज, बासर और रजनी में एक से सतुल है। कि कमल का फुल भी सदा खिड़िया नहीं रहिंदा, जदों रात पैंदी है ना, कमल के फुल दीआं जिहड़ियां पत्तियां ने वो बंद हो जांदियां ने, पर धन गुरु नानक साहब जी महाराज सदा जागत ने, वो हर वेले ही ज्ञान के राही संगतां नूं उपदेश करते ने, संगतां नूं उजागर करते ने, संगतां नूं ज्ञान वंडदे ने। एक कमल के नाम, एक कल्प वृक्ष के नाम उन्हां दा वर्णन नहीं किया जा सकता। लखे पद आदर न पार जात कमल को, ताते पग पग पार जात न कमल है। तिथन कवि जी आखदे ने कि धन गुरु नानक साहब जी महाराज अपने जिहड़े भगत ने, उन्हां दे जिहड़े सेवक ने, उन्हां दी मनोकामना पूरीआं करदे ने। दिन रात एक रस रहण वाले ने, एक समान ने गुरु साहब जी। पर एक कल्प वृक्ष ते कमल दा फुल समा पैण ते इन्हां दे विच जिहड़ा है रंग दे विच भी बदलाव आ जांदा, इन्हां दे आकार दे विच भी बदलाव आ जांदा। पर धन गुरु नानक साहब जी महाराज जी की तुलना इन्हां दे बराबर नहीं है। इन्हां तो किते गुरु नानक साहब जी महाराज परे ने। फिर कवि जी आखदे ने, ताते पग पग पर जात ना कमल है। कि गुरु जी के चरण जिहड़े ने वो आदरयोग ने, उन्होंने सत्कार करना चाहिए, सीस निभाना चाहिए। इसलिए कवि जी आखते हैं कि चरण जिहड़े ने वो चरण ही हैं, ना ही कल्प वृक्ष है ते ना ही कमल का फुल है। ये गुरु साहब जी के चरण ने, ये आदरयोग ने। इन्हां चीज़ों के नाल उन्हां दी उपमा नहीं हो सकती, ये उन्हां दे चरणों के बराबर नहीं हैं। अगे कवि जी ने इत्थे भाई बाला जी के स्वरूप का जिहड़ा है वो वर्णन किया है। चौपई कर तुम भी कटकीन कुपीना, तन ऊपर कमरी से तलीना। कर कहते ने हत्थां नूं, ते तूंबी कहते ने हत्थ दे विच एक साज फड़िया है। कवि जी ने कि उन्हां दे हत्थ दे विच एक तूंबी फड़ी हुई है। कर तूंबी कटकीन कुपीना, तन ऊपर कमरी से तलीना। कि उन्होंने लक दे उत्ते जिहड़ी है एक लंगोटी बधी हुई है, ते जिस्म दे उपर तन उपर कमरी स्थित लीना। स्थित कहते ने भाव चिट्टी, उन्होंने शीश के उत्ते जिहड़ी है शरीर के उत्ते चिट्टी कंबली लई हुई है। ऊंची कुलहा शीश पर धानी, ते उन्होंने शीश के उत्ते अपने सिर के उत्ते सफेद टोपी पहनी हुई है भाई बाले जी ने। समस सवेत दीर्घ एक सारी। समस कहते ने दाड़े नूं, सवेत कहते ने चिट्टा, दीर्घ कहते ने लंबा, ते एक सारी कहते ने इकसार। के उन्होंने मुख के उत्ते चिट्टे रंग का जिहड़ा है दाड़ा है, लंबे बाल ने, वो प्रकाश होया होया है। उर मैं कर गुर नानक ध्याना, बंदे पद अरविंद विधाना। कि जिस तरह भाई बाला जी के चेहरे का वर्णन किया, उन्होंने जो पहचान पहनानी है उसका वर्णन कवि जी ने किया। नाल ही आखते हैं कि उन्होंने दिल दे विच, अपने हिरदे दे विच धन गुरु नानक साहब जी महाराज जी का ध्यान धरिया होया है।
ਬੰਦੇ ਪਦ ਅਰਵਿੰਦ ਵਿਦਾਨਾ, ਤੇ ਵਿਧੀ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਨੂੰ ਨਮਸਕਾਰ ਕਰਦੇ ਨੇ, ਵੰਦਨਾ ਕਰਦੇ ਨੇ। ਉਹਨਾਂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਿਆਉਂਦੇ ਨੇ, ਆਪਣੀ ਸੁਰਤ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਇਕਾਗਰਿਤ ਕਰਦੇ ਨੇ। ਬਾਲਾ ਵਰਣਨ ਕਰਨ ਲਗਾ ਬਰ, ਸੀਸ ਮੁਕਤੇ ਇਤਿਹਾਸ ਸੁਦਾਸਰ। ਕਿ ਇਸ ਤਰ੍ਹਾਂ ਭਾਈ ਬਾਲਾ ਜੀ ਆਪਣੇ ਮੁਖਾਰ ਬਿੰਦ ਤੋਂ, ਆਪਣੇ ਚੰਦਰ ਮੁਖ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦਾ ਵਰਣਨ ਕਰ ਰਹੇ ਨੇ। ਸਸ ਮੁਖ ਤੇ ਇਤਿਹਾਸ ਸੁਦਾਸਰ, ਕਿ ਗੁਰ ਇਤਿਹਾਸ ਦਾ ਵਰਣਨ ਭਾਈ ਬਾਲਾ ਜੀ ਆਪਣੇ ਮੁਖਾਰ ਬਿੰਦ ਤੋਂ ਕਰ ਰਹੇ ਨੇ। ਤੇ ਫਿਰ ਅੱਗੇ ਕਵੀ ਜੀ ਨੇ ਜਿਹੜਾ ਜ਼ਿਕਰ ਕੀਤਾ ਹੈ ਕਿ ਅੱਗੇ ਭਾਈ ਬਾਲਾ ਜੀ ਕੀ ਉਚਾਰਨ ਕਰਦੇ ਨੇ, ਉਸ ਦਾ ਸਰਲੇਖ ਇੱਥੇ ਦਰਜ ਕੀਤਾ ਹੈ ਕਿ ਸ਼੍ਰੀ ਬਾਲਾ ਸੁੰਦਰ ਬਾਜ, ਕਲ ਜੁਗ ਪਾਏ ਅਕਾਲ ਪ੍ਰਜੋਰਾ, ਪ੍ਰਗਟ ਪਏ ਓਗ ਪ੍ਰਗੋਰਾ। ਤੇ ਹੁਣ ਭਾਈ ਬਾਲਾ ਜੀ ਜ਼ਿਕਰ ਕਰਦੇ ਨੇ ਕਿ ਉਸ ਸਮੇਂ ਸਮਾਜ ਦੀ ਦੁਰਦਸ਼ਾ ਕਿਹੋ ਜੀ ਸੀ। ਭਾਈ ਬਾਲਾ ਜੀ ਆਖਦੇ ਨੇ ਕਿ ਕਲਯੁਗ ਪਾਏ ਅਕਾਲ ਪ੍ਰਜੋਰਾ, ਕਿ ਕਲਯੁਗ ਆਪਣੇ ਕਰੂਰ ਰੂਪ ਵਿੱਚ ਪੂਰੇ ਜ਼ੋਰ ਤੇ ਸੀ। ਕਿ ਉਸ ਸਮੇਂ ਸਮਾਜ ਦੇ ਵਿੱਚ ਕਲਯੁਗ ਦਾ ਪਹਿਰਾ ਸੀ, ਕਲਯੁਗ ਬਹੁਤ ਪਸਰਿਆ ਹੋਇਆ ਸੀ, ਕਾਲ ਦਾ ਬਹੁਤ ਪ੍ਰਕੋਪ ਸੀ, ਕਾਲ ਦਾ ਭੈੜਾ ਜਿਹੜਾ ਰੂਪ ਸੀ ਉਸਨੇ ਧਾਰਨ ਕੀਤਾ ਹੋਇਆ ਸੀ। ਪ੍ਰਗਟ ਭਏ ਓਗ ਪ੍ਰਗੋਰਾ, ਪਾਪ ਬਹੁਤ ਵੱਧ ਹੀ, ਬਹੁਤ ਜ਼ਿਆਦਾ ਹੀ ਕਾਲ ਜਿਹੜਾ ਸੀ ਉਹ ਪੈ ਜਾਂਦਾ ਸੀ। ਆਦ ਕਾਲ ਹੋਤ ਉਤਪਤ, ਭਇਓ ਮਲੇਸ਼ ਰਾਜ ਬਕਿਆਤਾ। ਕਿ ਕਾਲ ਪੈ ਜਾਣ ਦੇ ਕਾਰਨ ਅਨੇਕਾਂ ਹੀ ਦੁਰਘਟਨਾਵਾਂ, ਅਨੇਕਾਂ ਹੀ ਘਟਨਾਵਾਂ ਉਦੋਂ ਵਾਪਰਦੀਆਂ ਸਨ। ਕਿਤੇ ਭੁੱਖਮਰੀ ਪੈ ਗਈ, ਕਿਤੇ ਕਾਲ ਪੈ ਗਿਆ। ਇਹ ਆਦਿਕ ਇਹਨਾਂ ਚੀਜ਼ਾਂ ਦੇ ਨਾਲ ਸਮਾਜ ਦੀ ਜਿਹੜੀ ਦੁਰਦਸ਼ਾ ਸੀ ਉਹ ਵਰਣਨ ਨਹੀਂ ਕੀਤੀ ਜਾ ਸਕਦੀ। ਭਇਓ ਮਲੇਸ਼ ਰਾਜ ਬਖਿਆਤਾ, ਕਿ ਮਲੇਸ਼ਾਂ ਦੀ ਹਕੂਮਤ ਵੱਧ ਗਈ ਸੀ, ਕਿ ਲੋਕਾਂ ਦਾ ਧੱਕੇ ਦੇ ਨਾਲ ਉਹਨਾਂ ਦਾ ਧਰਮ ਤਬਦੀਲ ਕੀਤਾ ਜਾਂਦਾ ਸੀ, ਧੱਕੇ ਦੇ ਨਾਲ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਚੌਪਈ ਪੰਥ ਮੁਹੰਮਦ ਬੜਤੇ ਪਾਰਾ, ਕਲਮਲ ਮੈਂ ਮਤਹੀਨ ਵਿਚਾਰਾ। ਤੇ ਇਸੇ ਤਰ੍ਹਾਂ ਮੁਹੰਮਦ ਸਾਹਿਬ ਦਾ ਜਿਹੜਾ ਪੰਥ ਹੈ ਉਸ ਸਮੇਂ ਬਹੁਤ ਵੱਧ ਰਿਹਾ ਸੀ। ਤੇ ਕਲਮਲ ਮੈਂ ਮਤਹੀਨ ਵਿਚਾਰਾ, ਜਿਹੜੇ ਪਾਪ ਰੂਪ ਮਲੇਸ਼ ਨੇ ਨਾ, ਉਹ ਗਰੀਬ ਪਰਜਾ ਦੇ ਉੱਤੇ ਧੱਕਾ ਕਰ ਰਹੇ ਨੇ। ਜਿਹੜੇ ਰਾਜੇ ਨੇ ਉਹ ਮਤਹੀਨ ਹੋ ਗਏ ਨੇ, ਉਹਨਾਂ ਨੂੰ ਆਪਣੇ ਅਹੁਦੇ ਦਾ ਜਿਹੜਾ ਹੈ ਉਹਨਾਂ ਨੂੰ ਜਾਣਕਾਰੀ ਨਹੀਂ, ਉਹਨਾਂ ਨੂੰ ਗਿਆਨ ਨਹੀਂ ਕਿ ਰਾਜੇ ਦਾ ਕੰਮ ਹੁੰਦਾ ਪ੍ਰਜਾ ਦਾ ਭਲਾ ਕਰਨਾ। ਪਰ ਇੱਥੇ ਰਾਜੇ ਹੀ ਮਤਹੀਨ ਹੋ ਗਏ ਨੇ, ਰਾਜੇ ਹੀ ਆਪਣੇ ਰਾਹ ਤੋਂ ਥਿੜਕ ਗਏ ਨੇ ਤੇ ਉਹ ਗਰੀਬ ਪਰਜਾ ਦੇ ਨਾਲ ਧੱਕਾ ਕਰਦੇ ਨੇ। ਗੋ ਗਰੀਬ ਕੋ ਹੱਥ ਹੈ ਕੁਸਾਲੀ, ਕਲ ਕੇ ਕਾਲੇ ਕੀਨ ਕੁਚਾਲੀ। ਤੇ ਇਸੇ ਤਰ੍ਹਾਂ ਉਸ ਸਮੇਂ ਜਿਹੜੇ ਗਊ ਗਰੀਬ ਨੇ, ਗਰੀਬ ਲੋਕ ਨੇ, ਉਹ ਅਨਿਆਈ ਮੋਤੇ ਮਰ ਰਹੇ ਨੇ। ਧਰਮ ਤਬਦੀਲ ਕਰਨ ਦੇ ਲਈ ਉਹਨਾਂ ਨੂੰ ਆਖਿਆ ਜਾਂਦਾ ਜਾਂ ਤਾਂ ਆਪਣਾ ਧਰਮ ਤਬਦੀਲ ਕਰ ਲਓ ਜਾਂ ਫਿਰ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਪੂਰੇ ਜ਼ੋਰ ਦੇ ਨਾਲ ਉਹਨਾਂ ਨੂੰ ਧਰਮ ਤਬਦੀਲ ਕਰਨ ਲਈ ਆਖਿਆ ਜਾਂਦਾ। ਤੇ ਇਸੇ ਤਰ੍ਹਾਂ ਅਨੇਕਾਂ ਗਊ ਗਰੀਬ ਉਹ ਅਨਿਆਈ ਮੋਤੇ ਮਰ ਰਹੇ ਨੇ। ਤੇ ਫਿਰ ਅੱਗੇ ਜ਼ਿਕਰ ਕਰਦੇ ਨੇ ਕਲ ਕੇ ਕਾਲੇ ਕੀਨ ਕੁਚਾਲੀ, ਕਿ ਜਿਹੜੇ ਮੌਤ ਦੇ ਫਰਿਸ਼ਤੇ ਨੇ ਨਾ, ਜਿਨ੍ਹਾਂ ਨੇ ਨਿਆਂ ਕਰਨਾ ਸੀ, ਉਹ ਵੀ ਖੋਟੀ ਚਾਲ ਚੱਲ ਰਹੇ ਨੇ, ਉਹ ਵੀ ਪੁੱਠੀ ਚਾਲ ਚੱਲ ਰਹੇ ਨੇ। ਉਹਨਾਂ ਦੀ ਮੱਤ ਵੀ ਜਿਹੜੀ ਹੈ ਉਹ ਫੁੱਟੀ ਹੋਈ ਹੈ। ਨਿਰਪਤ ਪਏ ਮਤ ਮੰਦ ਮਲੀਨਾ, ਜਨ ਸੁਭ ਕਰਮ ਖੋਸ ਕਿਸ ਲੀਨਾ। ਨਿਰਪਤ ਕਹਿੰਦੇ ਨੇ ਰਾਜੇ, ਵੀ ਰਾਜੇ ਵੀ ਜਿਹੜੇ ਨੇ ਉਹ ਭੈੜੀ ਬੁੱਧੀ ਵਾਲੇ ਹੋ ਗਏ ਨੇ। ਰਾਜੇ ਭੈੜੀ ਬੁੱਧੀ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਮਲੀਨ ਹੈ, ਮੱਤ ਜਿਹੜੀ ਹੈ ਉਹ ਮਲੀਨ ਹੋ ਗਈ ਹੈ, ਮੈਲੀ ਹੋ ਗਈ ਹੈ। ਮੱਤ ਦੇ ਵਿੱਚ ਵਿਕਾਰ ਪੈਦਾ ਹੋ ਗਏ ਨੇ, ਲਾਲਚ ਪੈਦਾ ਹੋ ਗਿਆ। ਹੋਰ ਤੇ ਹੋਰ ਜਨ ਸੁਭ ਕਰਮ ਖੋਜ ਕਿਸ ਲੀਨਾ, ਕਿ ਜੇ ਲੋਕ ਕੋਈ ਵੀ ਚੰਗੇ ਕਾਰਜ ਕਰਨ ਦੇ ਬਾਰੇ ਸੋਚਦੇ ਨੇ, ਸਮਾਜ ਦੇ ਵਿੱਚ ਕੋਈ ਚੰਗਿਆਈ ਦਾ ਕਾਰਜ ਵੀ ਕਰਨ ਲੱਗਦੇ ਨੇ ਨਾ, ਤਾਂ ਉਹ ਰਾਜੇ ਦੇ ਅਹਿਲਕਾਰ, ਰਾਜੇ ਦੇ ਸਿਪਾਹੀ ਲੋਕਾਂ ਨੂੰ ਚੰਗਾ ਕਾਰਜ ਕਰਨ ਦੇ ਲਈ ਰੋਕਦੇ ਨੇ। ਰੋਕ ਲਾਈ ਹੋਈ ਵੀ ਸਮਾਜ ਦੇ ਵਿੱਚ ਕੋਈ ਵੀ ਇਨਸਾਨ ਚੰਗਾ ਕੰਮ ਨਾ ਕਰ ਸਕੇ। ਮੰਤਰੀ ਲੋਲਪ ਵੇਸਿਆ ਗਾਮੀ, ਦੁਰਾਚਾਰ ਕਰਹਿ ਮਨ ਬਾਮੀ। ਜਿਹੜੇ ਮੰਤਰੀ ਨੇ ਲੰਪਟ ਤੇ ਵੀ ਵਿਚਾਰੀ ਹੋ ਗਏ ਨੇ, ਭਾਵ ਕਿਰਦਾਰ ਤੋਂ ਹੀਣੇ ਹੋ ਗਏ ਨੇ, ਤੇ ਉਹਨਾਂ ਦਾ ਕਿਰਦਾਰ ਜਿਹੜਾ ਹੈ ਉਹ ਡਿੱਗ ਗਿਆ ਹੈ, ਉਹ ਆਪਣੇ ਕਿਰਦਾਰ ਤੋਂ ਸਖਣੇ ਹੋ ਗਏ ਨੇ।
ਉਹਨਾਂ ਦੇ ਜੀਵਨ ਦੇ ਵਿੱਚੋਂ ਸਚਿਆਰਾਪਨ ਜਿਹੜਾ ਹੈ ਉਹ ਖਤਮ ਹੋ ਗਿਆ ਹੈ। ਦੁਰਾਚਾਰ ਕਰੀਏ ਮਨਵਾਮੀ, ਕਿ ਟੇਢੇ ਮਨ ਵਾਲੇ ਭੈੜੇ ਕਰਮ ਕਰ ਰਹੇ ਨੇ, ਮਤ ਤੋਂ ਹੀਣੇ ਹੋਣ ਕਰਕੇ, ਆਪਣੀ ਮਨ ਦੇ ਮਤ ਦੇ ਮਗਰ ਲੱਗੇ ਹੋਣ ਕਾਰਨ, ਉਸ ਮਨ ਦੀਆਂ ਵਾਸ਼ਨਾਵਾਂ ਨੂੰ ਸੰਪੂਰਨ ਕਰਨ ਦੇ ਲਈ ਜੋ ਭੈੜੇ ਜਿਹੜੇ ਕਾਰਜ ਨੇ ਉਹ ਕਰ ਰਹੇ ਨੇ। ਦੋਹਰਾ ਦੁਰਮਤ ਦੁਸ਼ਟ ਦੁਰੋਧਨੀ, ਦੁਕ੍ਰਿਤ ਦੁਖਤ ਕਲੇਸ਼, ਸੂਣ ਸਿੰਘ ਕਾ ਸਰਸਮ ਸੋ, ਧਰਮ ਰਿਓ ਰਾਕੇਸ਼। ਦੁਰਮਤ ਕਹਿੰਦੇ ਨੇ ਖੋਟੀ ਮਤ ਨੂੰ, ਭੈੜੀ ਮਤ। ਦੁਸ਼ਟ ਕਹਿੰਦੇ ਨੇ ਦੁਸ਼ਟਤਾ। ਦਰੋਦਰੀ ਦਾ ਭਾਵ ਹੈ ਜੂਏਬਾਜੀ। ਦੁਕ੍ਰਿਤ ਦਾ ਅਰਥ ਹੈ ਵਕੀਲੀ। ਦੁਖਤ ਦਾ ਅਰਥ ਹੈ ਦੁੱਖ, ਤੇ ਕਲੇਸ਼ ਦਾ ਅਰਥ ਹੈ ਸੰਤਾਪ। ਤੇ ਇੱਥੇ ਜ਼ਿਕਰ ਕਰਦੇ ਨੇ ਖੋਟੀ ਬੁੱਧ, ਦੁਸ਼ਟਤਾ, ਜੂਏਬਾਜੀ, ਵਕੀਲੀ, ਦੁੱਖ, ਸੰਤਾਪ, ਇਹ ਸਾਰੇ ਦੇ ਸਾਰੇ ਜਿੱਦਾਂ ਨੇ ਸਿੰਘ ਕਾ ਜਿਹੜੀ ਰਾਖਸ਼ਨੀ ਹੈ ਉਹਦਾ ਪੁੱਤਰ ਰਾਹੂ ਹੈ ਨਾ, ਇਹ ਸਾਰੇ ਉਹਨਾਂ ਵਾਂਗ ਹੋ ਗਏ ਨੇ, ਉਸ ਦੇ ਸਮਾਨ ਹੀ ਹੋ ਗਏ ਨੇ। ਧਰਮ ਭਇਓ ਰਾਕੇਸ਼, ਤੇ ਜਿਹੜਾ ਧਰਮ ਹੈ ਨਾ ਉਹ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਹੋ ਗਿਆ, ਕਿ ਜਿਹੜਾ ਕਦੇ ਕਦੇ ਦਿਖਾਈ ਦਿੰਦਾ ਨਾ, ਉਹ ਧਰਮ ਇੱਥੇ ਹੁਣ ਇਸ ਧਰਤੀ ਤੇ ਰਿਹਾ ਨਹੀਂ। ਜਿਹੜੀ ਧਰਮ ਦੀ ਵਿਚਾਰਧਾਰਾ ਹੈ ਨਾ, ਉਹ ਧਰਮ ਜਿਹੜਾ ਹੈ ਉਸ ਧਰਤੀ ਦੇ ਉੱਤੇ ਡਾਵਾਡੋਲ ਹੈ। ਧਰਤੀ ਦੇ ਉੱਤੇ ਇਸ ਧਰਮ ਦੇ ਜਿਹੜੇ ਨੇ ਪੈਰ ਥਿੜਕੇ ਹੋਏ ਨੇ। ਕਿਸੇ ਵੀ ਇਨਸਾਨ ਦੇ ਵਿੱਚ ਧਰਮ ਨਾਂ ਦੀ ਕੋਈ ਗੱਲ ਨਹੀਂ, ਕਿਉਂਕਿ ਰਾਜੇ ਦਾ ਜ਼ਿਕਰ ਆ ਗਿਆ, ਰਾਜੇ ਦੇ ਮੰਤਰੀਆਂ ਦਾ ਜ਼ਿਕਰ ਆ ਗਿਆ ਕਿ ਕਿਸ ਤਰ੍ਹਾਂ ਲੋਕਾਂ ਦੇ ਉੱਤੇ ਜਿਹੜਾ ਹੈ ਉਹ ਅਤਿਆਚਾਰ ਕਰਦੇ ਨੇ, ਕਿਸ ਤਰ੍ਹਾਂ ਲੋਕਾਂ ਨੂੰ ਧੱਕੇ ਦੇ ਨਾਲ ਉਹਨਾਂ ਦਾ ਜਿਹੜਾ ਧਰਮ ਹੈ ਉਹ ਤਬਦੀਲ ਕਰਵਾਇਆ ਜਾ ਰਿਹਾ। ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਵੀ ਵਿਚਾਰ ਸਰਵਣ ਕੀਤੇ ਸਨ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਪਹਿਲਾਂ ਦੋ ਧਰਮ ਜਿਹੜੇ ਨੇ ਜ਼ਿਆਦਾ ਪ੍ਰਚਲਿਤ ਸਨ, ਇੱਕ ਹਿੰਦੂ ਧਰਮ ਤੇ ਇੱਕ ਮੁਸਲਮਾਨ ਧਰਮ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਹੀ ਜ਼ਿਕਰ ਕਰਦੇ ਹਾਂ ਕਿ ਬਾਬਰ ਨੇ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਲਿਆ ਸੀ, ਕਿ ਲੋਕਾਂ ਨੂੰ, ਕਿਉਂਕਿ ਉਹ ਸੱਚ ਦਾ ਰਾਹ ਦਿਖਾਉਂਦੇ ਸੀ, ਤੇ ਬਾਬਰ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਨੂੰ ਇਹ ਸੱਚ ਦਾ ਸ਼ੀਸ਼ਾ ਦਿਖਾਉਂਦੇ ਨੇ ਸਾਡਾ ਵਿਰੋਧ ਕਰਨ ਦੇ ਲਈ ਖੜੇ ਹੋ ਜਾਣਗੇ। ਤੇ ਇਸੇ ਤਰ੍ਹਾਂ ਉਹ ਮੁਗਲ ਹਕੂਮਤ, ਉਹ ਇਸਲਾਮ ਮਤ ਦੇ ਜਿਹੜੇ ਵੀ ਪੈਰੋਕਾਰ ਸਨ, ਉਹ ਸਾਰੇ ਦੇ ਸਾਰੇ ਲੋਕਾਂ ਨੂੰ ਆਪਣੇ ਧਰਮ ਦੇ ਵਿੱਚ ਤਬਦੀਲ ਕਰਦੇ ਸਨ। ਧੱਕੇ ਦੇ ਨਾਲ, ਤਲਵਾਰ ਦੀ ਨੋਕ ਦੇ ਉੱਤੇ ਉਹਨਾਂ ਦਾ ਧਰਮ ਤਬਦੀਲ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਇੱਥੇ ਜ਼ਿਕਰ ਕੀਤਾ ਗਿਆ ਕਿ ਉਸ ਸਮੇਂ ਸਮਾਜ ਦੇ ਵਿੱਚ ਜੂਏਬਾਜੀ, ਦੁੱਖ, ਸੰਤਾਪ, ਮਾਰ, ਲੁੱਟ ਆਦਿਕ ਜਿਹੜੀਆਂ ਇਹ ਚੀਜ਼ਾਂ ਸਨ, ਇਹ ਆਮ ਚੱਲ ਰਹੀਆਂ ਸਨ। ਨਾ ਸਮਾਜ ਦੇ ਵਿੱਚ ਸੱਚ ਬਚਿਆ, ਨਾ ਸਮਾਜ ਦੇ ਵਿੱਚ ਕਿਤੇ ਇਮਾਨਦਾਰੀ ਹੈ। ਹੋਰ ਤੇ ਹੋਰ ਜਿਹੜੇ ਲੋਕ ਕਿਸੇ ਦਾ ਭਲਾ ਕਰਨ ਬਾਰੇ ਵੀ ਸੋਚਦੇ ਨੇ ਨਾ, ਉਹਨਾਂ ਉੱਤੇ ਵੀ ਰੋਕ ਲਗਾ ਦਿੱਤੀ। ਇਹ ਸਾਰੇ ਜਿਹੜੇ ਧਰਮ ਦੇ ਗੁਣ ਨੇ ਨਾ, ਇਹ ਸਮਾਜ ਦੇ ਵਿੱਚੋਂ ਕਿਤੇ ਚਲੇ ਗਏ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਇਹ ਪੂਰਨਮਾਸ਼ੀ ਦੇ ਚੰਦਰਮਾ ਵਰਗੇ ਹੋ ਗਏ, ਜਿਹੜੇ ਕਦੇ ਕਦੇ ਦਿਖਾਈ ਦਿੰਦੇ ਨੇ। ਚੌਪਈ ਨ੍ਰਿਪਤ ਪੁਕਾਰਨ ਸੁਣਹਿ ਕਾਈ, ਕਾਜੀ ਰਿਸ਼ਵਤ ਵਸਿਆ ਦੇ ਕਾਈ। ਕਿ ਜਿਹੜੇ ਅੱਗੇ ਗੁਰੂ ਸਾਹਿਬ ਜੀ ਇੱਥੇ ਕਵੀ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਰਾਜੇ ਕਿਸੇ ਦੀ ਫਰਿਆਦ ਨਹੀਂ ਸੁਣਦੇ, ਤੇ ਨਾ ਹੀ ਜਿਹੜੇ ਕਾਜੀ ਨੇ ਨਾ, ਕਾਜੀ ਦਾ ਕੰਮ ਹੁੰਦਾ ਸੀ, ਜਿਸ ਤਰ੍ਹਾਂ ਅੱਜ ਦੇ ਅਸੀਂ ਸਮਾਜ ਦੀ ਗੱਲ ਕਰੀਏ ਤਾਂ ਅੱਜ ਦੇ ਵਿੱਚ ਕੋਰਟ ਨੇ, ਕੋਰਟ ਦੇ ਵਿੱਚ ਕੇਸ ਲੜਿਆ ਜਾਂਦਾ, ਤਾਂ ਜਿਸ ਤਰ੍ਹਾਂ ਵਕੀਲ ਵਕਾਲਤ ਕਰਦਾ ਤੇ ਜੱਜ ਉਸ ਵਕਾਲਤ ਤੋਂ ਅੰਦਾਜ਼ਾ ਲਗਾ ਕੇ ਉਸ ਕੇਸ ਦੇ ਆਧਾਰ ਦੇ ਉੱਤੇ ਫੈਸਲਾ ਕਰਦਾ। ਇਸੇ ਤਰ੍ਹਾਂ ਇਸਲਾਮ ਮਤ ਦੇ ਵਿੱਚ ਕਾਜ਼ੀਆਂ ਦਾ ਰੋਲ ਹੁੰਦਾ ਸੀ। ਸਮਾਜ ਦੇ ਵਿੱਚ ਕੋਈ ਵੀ ਵਿਪਤਾ ਆ ਜਾਵੇ, ਕੋਈ ਵੀ ਇਹੋ ਜਿਹੀ ਘਟਨਾ ਵਾਪਰ ਜਾਵੇ, ਕਾਜ਼ੀ ਦਾ ਕੰਮ ਹੁੰਦਾ ਸੀ ਨਿਆਂ ਕਰਨਾ। ਤੇ ਇੱਥੇ ਕਵੀ ਜੀ ਜ਼ਿਕਰ ਕਰਦੇ ਨੇ ਕਿ ਕਾਜ਼ੀ ਵੀ ਜਿਹੜੇ ਨੇ ਉਹ ਨਿਆਂ ਨਹੀਂ ਕਰ ਰਹੇ, ਉਹ ਅਨਿਆਂ ਕਰ ਰਹੇ ਨੇ। ਲੋਕਾਂ ਦੇ ਕੋਲੋਂ ਰਿਸ਼ਵਤ ਲੈ ਕੇ ਜਿਹੜਾ ਹੈ ਉਹ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦੇ ਨੇ। ਝੂਠੇ ਕੋ ਸਾਚਾ ਕਰ ਦੇਈ, ਸਤ ਨਿਆਂ ਕੋ ਨਾ ਉਹਨਾਂ ਦੇ, ਕਿ ਜਿਹੜਾ ਸੱਚਾ ਹੈ ਉਸ ਨੂੰ ਨਿਆਂ ਨਹੀਂ ਮਿਲ ਰਿਹਾ, ਝੂਠੇ ਨੂੰ ਨਿਆਂ ਦੇ ਰਹੇ ਨੇ। ਝੂਠੇ ਦੇ ਨਾਲ ਜਿਹੜਾ ਹੈ ਉਸ ਨੂੰ, ਜਿਹੜਾ ਸੱਚ ਹੈ, ਸੱਚ ਵਾਲੇ ਨੂੰ ਦਬਾ ਕੇ ਝੂਠੇ ਵੱਲ ਝੁਕ ਜਾਂਦੇ ਨੇ ਪੈਸਾ ਲੈ ਕੇ। ਰਿਸ਼ਵਤ ਲੈ ਕੇ ਸਮਾਜ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਸੱਚ ਦੀ ਕੋਈ ਕਦਰ ਨਹੀਂ ਰਹੀ। ਰਾਜੇ ਵੀ ਜਿਹੜੇ ਨੇ ਉਹ ਕਿਸੇ ਦੀ ਫਰਿਆਦ ਨਹੀਂ ਸੁਣਦੇ, ਪ੍ਰਜਾ ਦੀ ਪੁਕਾਰ ਨਹੀਂ ਸੁਣਦੇ, ਪ੍ਰਜਾ ਦੀ ਮਦਦ ਨਹੀਂ ਕਰਦੇ, ਸਗੋਂ ਪ੍ਰਜਾ ਦੇ ਉੱਤੇ ਜਿਹੜਾ ਹੈ ਉਹ ਜ਼ੁਲਮ ਢਾਉਂਦੇ ਨੇ। ਜਹ ਤੇ ਚਲੀ ਮਲੇਸ਼ਣ ਭਾਖਾ, ਨਿਜ ਨਿਜ ਧਰਮ ਨਨ ਸਭ ਨਾਖਾ। ਕਿ ਥਾਂ ਥਾਂ ਦੇ ਉੱਤੇ
ਇਹ ਕਤਲੋ ਗਾਲਤ ਹੀ ਚੱਲਦੀ ਹੈ। ਇਹ ਮਲੇਸ਼ਾਂ ਦੀ ਬੋਲੀ ਦਾ ਹੀ ਬੋਲਬਾਲਾ ਹੈ। ਨਿਜ ਨਿਜ ਧਰਮ ਨਰਮ ਸਭ ਨਾਖਾ, ਆਪੋ ਆਪਣਾ ਧਰਮ ਸਭ ਮਨੁੱਖਾਂ ਨੇ ਛੱਡ ਦਿੱਤਾ ਹੈ। ਹੁਣ ਜਦੋਂ ਅਸੀਂ ਗੁਰਬਾਣੀ ਦੇ ਅਨੁਸਾਰ ਨਾ ਧਰਮ ਦੀ ਗੱਲ ਕਰਾਂਗੇ ਤਾਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਜਿਹੜੀ ਧਰਮ ਦੀ ਪਰਿਭਾਸ਼ਾ ਦਿੱਤੀ ਹੈ ਨਾ, ਤਾਂ ਗੁਰੂ ਸਾਹਿਬ ਜੀ ਫਰਮਾਉਣਾ ਕਰਦੇ ਨੇ ਕਿ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਕਿ ਚੰਗੇ ਕਰਮ ਕਰਨੇ, ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਨੀ, ਪਰਮਾਤਮਾ ਦੇ ਗੁਣਾਂ ਨੂੰ ਜੀਵਨ ਦੇ ਅੰਦਰ ਧਾਰਨ ਕਰਨਾ ਸਾਰੇ ਧਰਮਾਂ ਤੋਂ ਇਹ ਸ੍ਰੇਸ਼ਟ ਧਰਮ ਮੰਨਿਆ ਜਾਂਦਾ। ਅਸੀਂ ਆਮ ਤੌਰ ਦੇ ਉੱਤੇ ਕਹਿ ਦਿੰਦੇ ਆ ਨਾ ਕਿ ਸਿੱਖ ਧਰਮ ਹੈ ਸਾਡਾ, ਇੱਕ ਹਿੰਦੂ ਧਰਮ ਹੈ, ਮੁਸਲਿਮ ਧਰਮ ਹੈ। ਇਹ ਧਰਮ ਨਹੀਂ, ਇਹ ਮਤ ਨੇ। ਮੁਸਲਿਮ ਮਤ ਹੈ, ਇਸਲਾਮ ਮਤ ਹੈ, ਹਿੰਦੂ ਮਤ ਹੈ, ਸਿੱਖ ਮਤ ਹੈ, ਸਿੱਖ ਵਿਚਾਰਧਾਰਾ ਨੇ। ਇਹ ਵੱਖ-ਵੱਖ ਵਿਚਾਰਧਾਰਾਵਾਂ ਨੇ। ਜਿਹੜਾ ਧਰਮ ਹੈ ਉਹ ਧਰਮ ਇੱਕੋ ਹੀ ਹੈ। ਜਿਹੜਾ ਅਕਾਲ ਪੁਰਖ ਦਾ ਧਰਮ ਹੈ ਨਾ, ਉਸ ਧਰਮ ਇੱਕੋ ਹੀ ਹੈ ਕਿ ਉਸ ਧਰਮ ਦੇ ਆਧਾਰ ਤੇ ਜਿਹੜੇ ਪਰਮਾਤਮਾ ਦੇ ਗੁਣ ਨੇ ਉਹ ਜੀਵਨ ਦੇ ਅੰਦਰ ਧਾਰਨ ਕਰਕੇ ਸਮਾਜ ਦੇ ਵਿੱਚ ਨਿਰਮਲ ਕਰਮ ਕਰਨਾ, ਸਮਾਜ ਦੇ ਵਿੱਚ ਚੰਗੇ ਕਾਰਜ ਕਰਨਾ ਹੀ ਅਸਲ ਧਰਮ ਹੈ ਮਨੁੱਖ ਦਾ। ਇਨਸਾਨੀਅਤ ਦਾ ਧਰਮ ਸਭ ਤੋਂ ਸ੍ਰੇਸ਼ਟ ਹੈ ਇੱਥੇ। ਪਰ ਇੱਥੇ ਗੁਰੂ ਸਾਹਿਬ, ਇੱਥੇ ਕਵੀ ਜੀ ਸਮਝਾਉਣਾ ਕਰਦੇ ਨੇ ਕਿ ਉਸ ਸਮੇਂ ਦੇ ਜਿਹੜੇ ਮਲੇਸ਼ਾਂ ਦੀ ਬੋਲੀ ਦਾ ਬੋਲਬਾਲਾ ਹੈ, ਸਮਾਜ ਦੇ ਵਿੱਚ ਲੋਕਾਂ ਦੇ ਨਾਲ ਧੱਕਾ ਹੋ ਰਿਹਾ, ਲੋਕਾਂ ਦੀ ਲੁੱਟਮਾਰ ਹੋ ਰਹੀ ਹੈ ਕਿ ਸਾਰੇ ਇਨਸਾਨਾਂ ਨੇ ਜਿਹੜਾ ਹੈ ਧਰਮ ਛੱਡ ਦਿੱਤਾ, ਜੀਵਨ ਦੇ ਵਿੱਚ ਚੰਗੇ ਗੁਣ ਰਹੇ ਨਹੀਂ ਤੇ ਔਗਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਔਗਣਾਂ ਦੇ ਆਧਾਰ ਦੇ ਉੱਤੇ ਔਗਣਾਂ ਦੀ ਪੂਰਤੀ ਦੇ ਲਈ ਉਹ ਸਾਰੇ ਦੇ ਸਾਰੇ ਜਿਹੜੇ ਨੇ ਵਿਕਾਰਾਂ ਦੇ ਵਿੱਚ ਫਸੇ ਹੋਏ ਨੇ ਤੇ ਆਪਣਾ ਜੀਵਨ ਜਿਹੜਾ ਹੈ ਉਹ ਨਿਰਵਾਹ ਕਰਦੇ ਨੇ। ਪੁੰਨਹੀਨ ਤਨ ਪਾਪਨ ਪੀਨਾ, ਦਰਬਕ ਸੋਟੇ ਦੇਖਤ ਦੀਨਾ। ਜਿਹੜੇ ਨੇ ਚੰਗੇ ਕਰਮ ਨੇ, ਪੁੰਨਹੀਨ ਚੰਗੇ ਕੰਮ ਜਿਹੜੇ ਨੇ, ਪੁੰਨ ਦੇ ਕੰਮ ਨੇ, ਉਹ ਪਾਸਾ ਜਿਹੜਾ ਹੈ ਉਹ ਕਮਜ਼ੋਰ ਹੋ ਗਿਆ ਹੈ ਤੇ ਦੂਜੇ ਪਾਸੇ ਜਿਹੜੇ ਨੇ ਪਾਪ ਵਾਲੇ ਕਰਮ ਨੇ, ਭੈੜੀ ਮੱਤ ਵਾਲੇ ਕਰਮ ਨੇ ਨਾ ਜਿਹੜੇ, ਉਹ ਕਹਿੰਦੇ ਨੇ ਤਗੜੇ ਹੋ ਗਏ, ਉਹਨਾਂ ਦਾ ਬੋਲਬਾਲਾ ਜ਼ਿਆਦਾ ਹੈ। ਦਰਬਕ ਸੋਟੇ ਦੇਖਤ ਦਿਨਾ, ਤੇ ਗਰੀਬ ਤੇ ਕਮਜ਼ੋਰ ਵੇਖ ਕੇ ਲੋਕਾਂ ਦੇ ਕੋਲੋਂ ਜਿਹੜਾ ਹੈ ਉਹ ਧਨ ਖੋਹ ਲਿਆ ਜਾਂਦਾ, ਲੋਕਾਂ ਦੀ ਲੁੱਟਮਾਰ ਕੀਤੀ ਜਾਂਦੀ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਸਮਾਜ ਦੀ ਦੁਰਦਸ਼ਾ ਦਾ ਜ਼ਿਕਰ ਹੋ ਰਿਹਾ। ਜਿਹੜੀ ਜਨਮ ਪੱਤਰੀ ਲੈ ਕੇ ਆਏ ਸੀ ਨਾ, ਉਹ ਭਾਈ ਬਾਲਾ ਜੀ ਜਿਹੜੇ ਨੇ ਉਹ ਵਿਚਾਰ ਕਰਦੇ ਨੇ, ਉਹ ਦੱਸਦੇ ਨੇ ਵੀ ਕਿਸ ਤਰ੍ਹਾਂ ਦੀ ਦੁਰਦਸ਼ਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਧਰਤੀ ਦੇ ਉੱਤੇ ਅਵਤਾਰ ਧਾਰਨਾ ਸੀ। ਗੁਰਬਾਣੀ ਦੇ ਵਿੱਚ ਵੀ ਅਸੀਂ ਜ਼ਿਕਰ ਕਰਦੇ ਹਾਂ ਕਿ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਜੋਤ ਹੀ ਇਸ ਧਰਤੀ ਦੇ ਉੱਤੇ ਆ ਕੇ ਇਸ ਧਰਤੀ ਨੂੰ ਠੱਲ ਪਾਈ ਸੀ, ਤਾਂ ਸਮਾਜ ਦੀ ਜਿਹੜੀ ਦੁਰਦਸ਼ਾ ਸੀ ਉਸ ਦੇ ਵਿੱਚ ਸੁਧਾਰ ਹੋਇਆ ਸੀ। ਪਰ ਕਾਰਜ ਕੇ ਕਰਤਾ ਹਾਨੀ, ਸਨ ਜਿਉ ਤਨ ਖੋਵੇ ਦੁਖਦਾਨੀ। ਕਿ ਪਰਾਏ ਕੰਮ ਕਰਨ ਵਾਲੇ ਦਾ ਨਾਸ਼ ਹੀ ਹੁੰਦਾ ਹੈ। ਜਿਵੇਂ ਇੱਥੇ ਹੁਣ ਉਦਾਹਰਨ ਵਰਤੀ, ਜਿਸ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਜ਼ਿਕਰ ਦੇਖਦੇ ਸੀ ਨਾ ਕਿ ਮੰਜੇ ਦੇ ਜਿਹੜਾ ਬਾਣ ਵੱਟ ਕੇ ਜਿਹੜਾ ਸੀ ਉਹ ਮੰਜਾ ਬੁਣਿਆ ਜਾਂਦਾ ਸੀ, ਤੇ ਇਸੇ ਤਰ੍ਹਾਂ ਜਦੋਂ ਉਹ ਪਟਸਨ ਸੀ ਜਿਹੜੀ ਆਪਣਾ ਆਪ ਕਟਾ ਕੇ ਜਦੋਂ ਰੱਸਾ ਬਣ ਜਾਂਦੀ ਸੀ ਨਾ, ਉਹ ਬਾਣ ਦਾ ਰੱਸਾ ਵੱਟਿਆ ਜਾਂਦਾ ਸੀ, ਉਹ ਆਪਣੇ ਆਪ ਨੂੰ ਜਿਹੜਾ ਸੀ ਉਹ ਕਟਾਉਂਦੀ ਸੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਵੀ ਜਿਹੜਾ ਚੰਗਾ ਕੰਮ ਕਰਦਾ ਹੈ ਨਾ, ਉਸ ਨੂੰ ਜਿਹੜਾ ਹੈ ਉਸ ਦਾ ਨਾਸ਼ ਹੀ ਹੋ ਰਿਹਾ ਸਮਾਜ ਦੇ ਵਿੱਚ, ਉਸ ਨੂੰ ਚੰਗੇ ਕਰਮ ਦਾ ਫਲ ਵੀ ਮਾੜਾ ਭੁਗਤਣਾ ਪੈ ਰਿਹਾ ਜੇ ਕੋਈ ਚੰਗਾ ਕਰਨ ਦਾ ਸੋਚਦਾ ਹੈ। ਤੇ ਇਸੇ ਤਰ੍ਹਾਂ ਉਹਨਾਂ ਨੂੰ ਵੀ ਦੁੱਖ ਭੋਗਣੇ ਪੈਂਦੇ ਨੇ। ਪਰ ਤਨ ਪਰ ਨਿੰਦਿਆ ਪਰਦਾਰਾ, ਨਿਸ ਦਿਨ ਤਨ ਮਨ ਸੋਹਤ ਧਾਰਾ। ਕਿ ਪਰਾਇਆ ਧਨ, ਪਰਾਈ ਨਿੰਦਿਆ, ਪਰਾਈ ਇਸਤਰੀ ਲਈ ਦਿਨ ਰਾਤ ਹੀ ਜਿਹੜਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਵਿਕਾਰ ਚੱਲ ਰਹੇ ਨੇ ਲੋਕਾਂ ਦੇ ਵਿੱਚ। ਕੋਈ ਕਹਿੰਦਾ ਵੀ ਮੈਂ ਕਿਸੇ ਦਾ ਧਨ ਹੜਪ ਲਵਾਂ, ਕੋਈ ਕਹਿੰਦਾ ਮੈਂ ਕਿਸੇ ਦੀ ਜਿਹੜੀ ਆ ਜਾਇਦਾਦ ਦੇ ਉੱਤੇ ਕਬਜ਼ਾ ਕਰ ਲਵਾਂ। ਕਿਉਂਕਿ ਜਿਹੜੇ ਰਾਜ ਭਾਗ ਦੀ ਗੱਲ ਸੀ ਨਾ, ਉਦੋਂ ਜਿਹੜੇ ਰਾਜ ਦੇ ਉੱਤੇ ਰਾਜ ਕਰਦੇ ਸੀ, ਜਿਹੜੇ ਤਖਤ ਦੇ ਉੱਤੇ ਬੈਠੇ ਸੀ ਨਾ, ਉਹਨਾਂ ਨੂੰ ਇਹ ਸੀ ਵੀ ਉਹ ਮੁਲਕ ਵੀ ਸਾਡੇ ਅਧੀਨ ਆ ਜਾਵੇ, ਉਹ ਇਲਾਕਾ ਵੀ ਅਸੀਂ ਆਪਣੇ ਕਬਜ਼ੇ ਦੇ ਵਿੱਚ ਕਰ ਲਈਏ, ਚਾਹੇ ਲੋਕਾਂ ਨੂੰ ਕਿਉਂ ਨਾ ਮਾਰਨਾ ਪਵੇ, ਧੱਕਾ ਹੀ ਕਿਉਂ ਨਾ ਕਰਨਾ ਪਵੇ। ਇਹੋ ਜਿਹੇ ਹਾਲਾਤ ਉਸ ਸਮੇਂ ਜਿਹੜੇ ਸੀ ਉਹ ਸਮਾਜ ਦੀ ਦੁਰਦਸ਼ਾ ਦਾ ਇੱਥੇ ਵਰਣਨ ਕੀਤਾ ਹੈ ਕਿ ਇਸ ਤਰ੍ਹਾਂ ਇਹਨਾਂ ਪਰਾਈ ਨਿੰਦਿਆ ਦੇ ਲਈ, ਪਰਾਈ ਧਨ ਦੇ ਲਈ, ਪਰਾਏ ਤਨ ਦੇ ਲਈ ਲੋਕ ਜਿਹੜੇ ਨੇ ਉਹ ਜਿਹੜੇ ਨੇ ਪੱਬਾ ਭਾਗ ਹੋਏ ਸਨ। ਨਿਸ ਦਿਨ ਤਨ ਮਤ ਸੋਹਿਤ ਧਾਰਾ। ਕਿ ਹਮੇਸ਼ਾ ਹੀ ਉਹਨਾਂ ਦੇ ਮਨ ਦੇ ਵਿੱਚ ਇਹ ਕੁਝ ਹੀ ਚੱਲ ਰਿਹਾ, ਕਿਸ ਤਰ੍ਹਾਂ ਇਹਨਾਂ ਚੀਜ਼ਾਂ ਦੀ ਅਸੀਂ ਜਿਹੜੀ ਆ ਪੂਰਤੀ ਕਰੀਏ। ਦੋਹਰਾ ਜੰਗਮ ਬਹੁਤ ਸਰੇ ਬਰੇ, ਕਰਤ ਦਿਗੰਬਰ ਰਾਰ। ਖਟ ਦਰਸ਼ਨ ਹਰ ਨਾਮ ਬਿਨਾ, ਹੋਤ ਬਾਦ ਮਰਖਵਾਰ।
ਜੰਗਮ ਆਮ ਤੌਰ ਦੇ ਉੱਤੇ ਅਸੀਂ ਜਦੋਂ ਕਿਤੇ ਇੱਥੋਂ ਨਿਕਲ ਕੇ ਅਸੀਂ ਬਾਹਰ ਪੰਜਾਬ ਵੱਲ ਨੂੰ ਜਾਈਏ ਨਾ, ਜਾਂ ਕਿਤੇ ਰਾਜਸਥਾਨ ਵੱਲ ਨੂੰ ਜਾਈਏ, ਤਾਂ ਉੱਥੇ ਸਾਨੂੰ ਜੰਗਮ ਮਿਲ ਜਾਂਦੇ ਨੇ ਆਮ ਤੌਰ ਦੇ ਉੱਤੇ। ਉਹਨਾਂ ਦਾ ਪਹਿਰਾਵਾ ਇਸ ਤਰ੍ਹਾਂ ਹੁੰਦਾ ਕਿ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਇੱਕ ਬੋਦੀ ਰੱਖੀ ਹੁੰਦੀ ਹੈ ਤੇ ਨਾਲ ਹੀ ਉਹ ਟੱਲੀਆਂ ਖੜਕਾਉਂਦੇ ਨੇ। ਤੇ ਜੰਗਮ ਜਿਹੜੇ ਨੇ, ਤੇ ਨਾਲ ਹੀ ਇੱਥੇ ਜ਼ਿਕਰ ਕੀਤਾ, ਜੰਗਮ ਬਹੁਤ ਸਰੇਵਰੇ ਕਰਤ ਦਿਗੰਬਰ ਰਾਰ। ਸਰੇਵਰੇ ਤੇ ਦਿਗੰਬਰ ਜਿਹੜੇ ਨੇ ਜੈਨੀਆਂ ਦੇ ਦੋ ਮਤ ਮੰਨੇ ਜਾਂਦੇ ਨੇ, ਤੇ ਇਹ ਆਪਸ ਦੇ ਵਿੱਚ ਕਹਿੰਦੇ ਨੇ ਕਿ ਇਹਨਾਂ ਦਾ ਬਹੁਤ ਝਗੜਾ ਚੱਲਦਾ, ਬਹੁਤ ਝਗੜੇ ਕਰ ਰਹੇ ਨੇ, ਕਿਉਂਕਿ ਜਿਹੜੀ ਇਹਨਾਂ ਦੇ ਮਤ ਨੇ ਨਾ, ਮਤ ਦੇ ਵਿੱਚ ਵਿਚਾਰਕ ਮਤਭੇਦ ਪੈ ਗਏ ਆਪਸ ਦੇ ਵਿੱਚ। ਕੋਈ ਕਹਿ ਰਿਹਾ ਵੀ ਸਾਡੀ ਜਿਹੜੇ ਮਤ ਸੀ ਉਹ ਇਸ ਵਿਚਾਰਧਾਰਾ ਤੇ ਚੱਲਦਾ ਸੀ, ਦੂਜਾ ਉਸ ਦਾ ਵਿਰੋਧ ਕਰਕੇ ਕਹਿੰਦਾ ਵੀ ਨਹੀਂ, ਇਹ ਵਿਚਾਰਧਾਰਾ ਨਹੀਂ ਸੀ, ਇਸ ਤੋਂ ਉਲਟ ਆਹ ਵਿਚਾਰਧਾਰਾ ਸੀ। ਵਿਚਾਰਧਾਰਾ ਅਸਲ ਦੇ ਵਿੱਚ ਇੱਕ ਸੀ, ਦੋਨਾਂ ਦੇ ਵਿੱਚ ਆਪਸੀ ਵਿਚਾਰਕ ਮਤਭੇਦ ਹੋਣ ਦੇ ਕਾਰਨ ਇਹਨਾਂ ਦੇ ਵਿੱਚ ਝਗੜਾ ਚੱਲ ਰਿਹਾ। ਖੱਟ ਦਰਸ਼ਨ ਹਰ ਨਾਮ ਬਿਨ ਹੋਤ ਬਾਦ ਮਰਖਵਾਰ, ਕਿ ਜਿਹੜੇ 6 ਮਤ ਮੰਨੇ ਜਾਂਦੇ ਨੇ ਨਾ ਜੋਗੀਆਂ ਦੇ, ਜਿਨ੍ਹਾਂ ਦੇ ਵਿੱਚ ਅਨੇਕਾਂ ਹੀ ਜੋਗੀ ਜੰਗਮ ਸਰੇਵੜੇ ਦਿਗੰਬਰ ਆਦਿਕ ਆਉਂਦੇ ਨੇ, ਜਿਨ੍ਹਾਂ ਨੇ ਲੋਕਾਂ ਨੂੰ ਰਾਹ ਦਿਖਾਉਣਾ ਸੀ। ਇਹ ਜਿਹੜੇ 6 ਮਤ ਨੇ ਨਾ, ਇਹ ਪਰਮਾਤਮਾ ਦੇ ਨਾਮ ਤੋਂ ਬਗੈਰ, ਪਰਮਾਤਮਾ ਦੇ ਗੁਣਾਂ ਤੋਂ ਬਗੈਰ ਜਿਹੜੇ ਨੇ ਉਹ ਖਰਾਬ ਹੋ ਰਹੇ ਨੇ, ਸਗੋਂ ਸਮਾਜ ਨੂੰ ਵੀ ਖਰਾਬ ਕਰ ਰਹੇ ਨੇ। ਇਸੇ ਤਰ੍ਹਾਂ ਦੀ ਦੁਰਦਸ਼ਾ ਦਾ ਜ਼ਿਕਰ ਭਾਈ ਬਾਲਾ ਜੀ ਨੇ ਕੀਤਾ ਕਿ ਇਹੋ ਜਿਹੇ ਹਾਲਾਤ ਸਮਾਜ ਦੇ ਵਿੱਚ ਬਣੇ ਹੋਏ ਸਨ, ਜਿਨ੍ਹਾਂ ਨੇ ਧਰਮ ਲੋਕਾਂ ਨੂੰ ਸਿਖਾਉਣਾ ਸੀ ਉਹ ਆਪ ਧਰਮ ਤੋਂ ਸੱਖਣੇ ਹੋ ਗਏ ਸੀ। ਜਿਹੜੇ ਰਾਜਿਆਂ ਨੇ ਲੋਕਾਂ ਦਾ ਨਿਆਂ ਕਰਨਾ ਸੀ, ਲੋਕਾਂ ਦੀ ਮਦਦ ਕਰਨੀ ਸੀ, ਲੋਕਾਂ ਦੇ ਸਹਾਈ ਹੋਣਾ ਸੀ, ਉਹ ਰਾਜੇ ਹੀ ਲੋਕਾਂ ਨੂੰ ਖਾਣਾ ਸ਼ੁਰੂ ਕਰ ਦਿੱਤੇ। ਕਾਜੀ ਜਿਹੜੇ ਸਨ ਲੋਕਾਂ ਦਾ ਨਿਆਂ ਕਰਦੇ ਸਨ, ਉਹ ਰਿਸ਼ਵਤ ਲੈ ਕੇ ਨਿਆਂ ਦੀ ਜਗ੍ਹਾ ਅਨਿਆਂ ਵਾਲੇ ਪਾਸੇ ਝੁਕ ਗਏ ਸਨ। ਇਹੋ ਜਿਹਾ ਪ੍ਰਸਾਰਾ ਜਿਹੜਾ ਸੀ ਸਮਾਜ ਦਾ ਬਣਿਆ ਹੋਇਆ ਸੀ, ਇਹੋ ਜਿਹੇ ਹਾਲਾਤ ਸਮਾਜ ਦੇ ਬਣੇ ਹੋਏ ਸਨ। ਬਾਕੀ ਦੀ ਵਿਚਾਰ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਿ ਅੱਗੇ ਕਿਸ ਤਰ੍ਹਾਂ ਸਮਾਜ ਦੀ ਹੋਰ ਦੁਰਦਸ਼ਾ ਦਾ ਜ਼ਿਕਰ ਇੱਥੇ ਕਰਦੇ ਨੇ, ਤੇ ਕਿਸ ਤਰ੍ਹਾਂ ਧਰਤੀ ਫੇਰ ਪੁਕਾਰ ਕਰਦੀ, ਤੇ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਇਸ ਧਰਤੀ ਦੇ ਉੱਤੇ ਹੁੰਦਾ ਹੈ, ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਆਗਮਨ ਹੁੰਦਾ ਹੈ। ਉਹ ਬਾਕੀ ਵਿਚਾਰਾਂ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।